Dear student, today we are going to do the quick recap of the chapter motion in one dimension. ਅੱਜ ਅਸੀਂ ਇਹਦੇ ਵਿੱਚ ਮੇਨ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜਿਹੜੇ ਸਾਨੂੰ ਜਿਹੜੇ MCQ ਨੂੰ ਸੋਲਵ ਕਰਨ ਦੇ ਵਿੱਚ ਕਾਫੀ ਹੈਲਪਫੁਲ ਹੋਣਗੇ। ਨਾਓ ਸਭ ਨਾਲੋਂ ਪਹਿਲਾਂ motion in one dimension ਇਹਦੀ ਐਗਜ਼ਾਮਪਲ ਕੀ ਹੈ? when a body moves in a straight line, ਜਦੋਂ ਕੋਈ ਵੀ ਬੋਡੀ ਸਟ੍ਰੇਟ ਲਾਈਨ 'ਚ ਜਿਹੜੀ ਹੈ ਟਰੈਵਲ ਕਰਦੀ ਹੈ ਅਸੀਂ ਕਹਿੰਦੇ ਆ ਇਟ ਇਜ਼ a motion of one dimension। ਇੱਕ motion ਸਾਡੇ ਕੋਲ two dimension ਵੀ ਹੁੰਦੀ ਹੈ when a body moves in a plane, and in case of three dimension body moves in the space। now motion in one dimension ਇਹਦੇ ਵਿੱਚ ਸਭ ਨਾਲੋਂ ਪਹਿਲਾਂ ਸਾਡੇ ਕੋਲ ਟਰਮ ਆਉਂਦੀ ਹੈ ਰੈਸਟ। ਜਦੋਂ ਬੋਡੀ ਆਪਣੀ ਪੋਜੀਸ਼ਨ ਟਾਈਮ ਦੇ ਅਕੋਰਡਿੰਗ ਕਿਸੇ ਫਿਕਸਡ ਪੁਆਇੰਟ ਦੇ ਅਕੋਰਡਿੰਗ ਚੇਂਜ ਨਹੀਂ ਕਰਦੀ ਅਸੀਂ ਕਹਿੰਦੇ ਆ ਕਿ ਬੋਡੀ ਸਾਡੀ ਜਿਹੜੀ ਹੈਗੀ ਆ ਉਹ ਰੈਸਟ ਵਿੱਚ ਹੈਗੀ ਆ। ਤੇ ਜੇ ਬੋਡੀ ਆਪਣੀ ਪੋਜੀਸ਼ਨ ਟਾਈਮ ਦੇ ਅਕੋਰਡਿੰਗ ਕਿਸੇ ਫਿਕਸਡ ਪੁਆਇੰਟ ਦੇ ਅਕੋਰਡਿੰਗ ਚੇਂਜ ਕਰ ਲੈਂਦੀ ਹੈ ਅਸੀਂ ਕਹਿੰਦੇ ਆ ਬੋਡੀ ਸਾਡੀ ਜਿਹੜੀ ਹੈ ਉਹ ਮੋਸ਼ਨ 'ਚ ਹੈਗੀ ਹੈ। ਇਹ ਆਲਰੇਡੀ ਆਪਾਂ ਡਿਸਕਸ ਕੀਤਾ। ਨਾਓ ਇੱਕ ਟਰਮ ਆਉਂਦੀ ਹੈ ਸਾਡੇ ਕੋਲ ਆਈਡੀਆ ਆਫ ਪੁਆਇੰਟ ਆਬਜੈਕਟ। ਪੁਆਇੰਟ ਆਬਜੈਕਟ ਕੀ ਚੀਜ਼ ਹੈ? ਕਿਸੇ ਵੀ ਆਬਜੈਕਟ ਨੂੰ ਅਸੀਂ ਜਿਹੜਾ ਹੈ ਪੁਆਇੰਟ ਮੰਨ ਸਕਦੇ ਹਾਂ। ਵੈਨ ਕੰਡੀਸ਼ਨ ਕੀ ਹੈ? ਕਿਸੇ ਵੀ ਆਬਜੈਕਟ ਨੂੰ ਅਸੀਂ ਜਸਟ ਅ ਪੁਆਇੰਟ ਮੰਨ ਸਕਦੇ ਹਾਂ ਜਦੋਂ ਉਹ ਬੋਡੀ ਜਿਹੜੀ ਹੈ ਆਪਣੇ ਸਾਈਜ਼ ਦੇ ਮੁਕਾਬਲੇ ਬਹੁਤ ਜ਼ਿਆਦਾ ਡਿਸਟੈਂਸ ਕਵਰ ਕਰ ਲੇ ਕਿ ਉਹਦਾ ਆਪਣਾ ਸਾਈਜ਼ ਜਿਹੜਾ ਹੈ ਬਹੁਤ ਛੋਟਾ ਪੈ ਜਾਂਦਾ ਹੈ। ਫੋਰ ਐਗਜ਼ਾਮਪਲ ਇੱਥੋਂ ਮੰਨ ਲਓ ਅੰਮ੍ਰਿਤਸਰ ਤੋਂ ਟ੍ਰੇਨ ਚੱਲੀ, ਉਹ ਦਿੱਲੀ ਪਹੁੰਚ ਜਾਂਦੀ ਹੈ। ਦਿੱਲੀ ਤੱਕ ਜਾਂਦੇ ਆ ਉਹਦਾ ਜਿਹੜਾ ਡਿਸਟੈਂਸ ਹੈਗਾ ਸਪੋਜ਼ ਇਟ ਇਜ਼ 450 ਕਿਲੋਮੀਟਰ। ਇਸ 450 ਕਿਲੋਮੀਟਰ ਦੇ ਅਕੋਰਡਿੰਗ ਉਹਦਾ ਟ੍ਰੇਨ ਦਾ ਆਪਣਾ ਜਿਹੜਾ ਸਾਈਜ਼ ਬਹੁਤ ਛੋਟਾ ਪੈ ਗਿਆ। ਅਸੀਂ ਟ੍ਰੇਨ ਨੂੰ ਜਿਹੜਾ ਹੈ ਇੱਕ ਪੁਆਇੰਟ ਆਬਜੈਕਟ ਜਿਹੜਾ ਅਸੀਂ ਉਹਨੂੰ ਮੰਨ ਲੈਂਦੇ ਹਾਂ। ਨਾਓ ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਵਾਟ ਇਜ਼ ਫਰੇਮ ਆਫ ਰੈਫਰੈਂਸ। ਫਰੇਮ ਆਫ ਰੈਫਰੈਂਸ ਕੀ ਚੀਜ਼ ਹੈ ਕਿ ਸਾਡੇ ਕੋਲ ਇੱਕ ਫਿਕਸਡ ਪੁਆਇੰਟ ਹੈ। ਫਰੇਮ ਆਫ ਰੈਫਰੈਂਸ ਕੀ ਹੈ? ਇੱਕ ਫਿਕਸਡ ਪੁਆਇੰਟ ਹੈ ਜਿਹਦੇ ਅਕੋਰਡਿੰਗ ਕਿਸੇ ਵੀ ਬੋਡੀ ਦੀ ਪੋਜੀਸ਼ਨ ਦੱਸਣੀ ਹੋਵੇ, ਉਸ ਬੋਡੀ ਦੀ ਵੈਲੋਸਿਟੀ ਐਕਸਲਰੇਸ਼ਨ ਆਪਾਂ ਦੱਸਣੀ ਹੋਵੇ, ਉਹਦੇ ਵਾਸਤੇ ਇੱਕ ਫਿਕਸਡ ਰੈਫਰੈਂਸ ਪੁਆਇੰਟ ਚਾਹੀਦਾ ਹੈ। ਕਲੀਅਰ? ਉਹਨੂੰ ਅਸੀਂ ਬੋਲਦੇ ਹਾਂ ਫਰੇਮ ਆਫ ਰੈਫਰੈਂਸ। ਤੇ ਫਰੇਮ ਆਫ ਰੈਫਰੈਂਸ ਸਾਡੇ ਕੋਲ ਤਿੰਨ ਤਰ੍ਹਾਂ ਦੇ, ਇੱਕ ਕਾਰਟੀਜ਼ੀਅਨ ਕੋਆਰਡੀਨੇਟ ਸਿਸਟਮ ਹੋ ਗਿਆ, ਇੱਕ ਹੋ ਗਿਆ ਸਫੈਰਿਕਲ ਪੋਲਰ, ਤੇ ਇੱਕ ਤੁਹਾਡੇ ਕੋਲ ਹੁੰਦਾ ਹੈ ਸਿਲੰਡਰੀਕਲ ਜਿਹੜਾ ਹੈ ਕੋਆਰਡੀਨੇਟ ਸਿਸਟਮ। ਇਹ ਤਿੰਨ ਤਰ੍ਹਾਂ ਦੇ ਸਾਡੇ ਜਿਹੜੇ ਫਰੇਮਸ ਨੇ। ਨਾਓ ਜਿਹੜਾ ਕਾਰਟੀਜ਼ੀਅਨ ਕੋਆਰਡੀਨੇਟ ਸਿਸਟਮ ਹੈ ਇਹਨੂੰ ਗਾ ਅਸੀਂ ਫਰਦਰ ਦੋ ਪਾਰਟਸ ਵਿੱਚ ਵੰਡ ਦਿੰਦੇ ਆ। ਇੱਕ ਇਨਰਸ਼ੀਅਲ, ਇੱਕ ਸਾਡੇ ਕੋਲ ਆ ਜਾਂਦਾ ਨੌਨ ਇਨਰਸ਼ੀਅਲ ਫਰੇਮ। ਇੱਕ ਇਨਰਸ਼ੀਅਲ ਫਰੇਮ, ਦੂਜਾ ਆਉਂਦਾ ਹੈ ਨੌਨ ਇਨਰਸ਼ੀਅਲ ਫਰੇਮ। ਜਿਹੜਾ ਇਨਰਸ਼ੀਅਲ ਫਰੇਮ ਹੈ ਜਾਂ ਤੇ ਇਹ ਰੈਸਟ ਵਿੱਚ ਹੁੰਦਾ ਹੈ ਜਾਂ ਮੂਵ ਵਿਦ ਯੂਨੀਫਾਰਮ ਵੈਲੋਸਿਟੀ। ਜਿਹੜਾ ਇਨਰਸ਼ੀਅਲ ਫਰੇਮ ਹੈ ਉਹ ਤੁਹਾਡਾ ਰੈਸਟ ਵਿੱਚ ਹੋ ਸਕਦਾ ਹੈ ਜਾਂ ਇਹ ਮੂਵ ਕਰਦਾ ਹੈ ਯੂਨੀਫਾਰਮ ਵੈਲੋਸਿਟੀ ਦੇ ਨਾਲ ਜਿਹੜਾ ਹੈ ਇਹਨੇ ਮੂਵ ਕਰਨਾ ਹੈ। ਤੇ ਇਨਰਸ਼ੀਅਲ ਫਰੇਮ ਦੇ ਵਿੱਚ ਜਿਹੜਾ ਹੈ ਸਾਡੇ ਕੋਲ ਕੋਈ ਐਕਸਲਰੇਸ਼ਨ ਨਹੀਂ ਹੁੰਦੀ ਤੇ ਇਹਦੇ ਵਿੱਚ ਨਿਊਟਨ ਦਾ ਜਿਹੜਾ ਫਰਸਟ ਲਾਅ ਹੈ ਉਹ ਐਪਲੀਕੇਬਲ ਹੁੰਦਾ ਹੈ ਇਨਰਸ਼ੀਅਲ ਫਰੇਮ ਦੇ ਵਿੱਚ। ਨੌਨ ਇਨਰਸ਼ੀਅਲ ਫਰੇਮ ਉਹ ਜਿਹੜਾ ਐਕਸਲਰੇਟਿਡ ਫਰੇਮ ਹੈ, ਇਹਨੂੰ ਅਸੀਂ ਐਕਸਲਰੇਟਿਡ ਫਰੇਮ ਵੀ ਬੋਲਦੇ ਹਾਂ। ਇਹਦੇ ਵਿੱਚ ਜਿਹੜਾ ਹੈ ਨਿਊਟਨ ਦਾ ਫਰਸਟ ਲਾਅ ਉਹ ਐਪਲੀਕੇਬਲ ਨਹੀਂ ਹੈ। ਕਲੀਅਰ? ਜਿੱਥੇ ਐਕਸਲਰੇਸ਼ਨ ਹੋਏਗੀ ਉਹ ਨੌਨ ਇਨਰਸ਼ੀਅਲ ਫਰੇਮ। ਜਿਹੜਾ ਫਰੇਮ ਯੂਨੀਫਾਰਮ ਵੈਲੋਸਿਟੀ ਨਾਲ ਮੂਵ ਕਰੇਗਾ ਜਾਂ ਸਾਡੇ ਕੋਲ ਬੋਲਾਂਗੇ ਔਰ ਰੈਸਟ ਵਿੱਚ ਹੈਗਾ ਉਹਨੂੰ ਅਸੀਂ ਬੋਲਾਂਗੇ ਇਨਰਸ਼ੀਅਲ ਫਰੇਮ ਆਫ ਰੈਫਰੈਂਸ। ਕਲੀਅਰ? ਅਰਥ ਜਿਹੜੀ ਹੈ ਸਨ ਦੇ ਅਰਾਊਂਡ ਮੂਵ ਕਰਦੀ ਹੈ ਸਰਕੂਲਰ ਪਾਥ 'ਚ। ਅਰਥ ਸਨ ਦੇ ਅਰਾਊਂਡ ਮੂਵ ਕਰਦੀ ਹੈ, ਉੱਥੇ ਉਹਦੀ ਵੈਲੋਸਿਟੀ ਲਗਾਤਾਰ ਚੇਂਜ ਹੁੰਦੀ ਹੈ ਡਾਇਰੈਕਸ਼ਨ ਚੇਂਜ ਹੋਣ ਕਰਕੇ। ਇਹਦਾ ਮਤਲਬ ਜਿਹੜਾ ਅਰਥ ਹੈ ਉਹ ਸਨ ਦੇ ਅਰਾਊਂਡ ਗੱਲ ਕਰੀਏ ਤੇ ਉਹ ਵੀ ਜਿਹੜਾ ਫਰੇਮ ਸਾਡਾ ਕਿਹੜਾ ਆਏਗਾ ਨੌਨ ਇਨਰਸ਼ੀਅਲ ਫਰੇਮ ਆਫ ਰੈਫਰੈਂਸ ਹੋਏਗਾ। ਨਾਓ ਨੈਕਸਟ ਪੁਆਇੰਟ ਅਸੀਂ ਡਿਸਕਸ ਕੀਤਾ ਹੈ ਕਿ ਡਿਸਟੈਂਸ ਕੀ ਚੀਜ਼ ਹੈ ਤੇ ਡਿਸਪਲੇਸਮੈਂਟ ਕੀ ਚੀਜ਼ ਹੈ। ਡਿਸਟੈਂਸ ਜਿਹੜਾ ਹੈ ਟੋਟਲ ਲੈਂਥ ਆਫ ਪਾਥ। distance is the total length of path covered by the body। clear? ਤੇ displacement ਜਿਹੜੀ ਹੈ ਉਹ shortest way ਹੁੰਦਾ ਹੈ from initial to final position।
डिस्प्लेसमेंट ते डिस्टेंस विचों वड्डा किहड़ा हुंदा है, डिस्टेंस ज़्यादा हुंदा है ते डिस्प्लेसमेंट घट हुंदा है। पर जदों बॉडी स्ट्रेट लाइन दे विच मूव करदी है उदों डिस्टेंस ते डिस्प्लेसमेंट जिहड़े ने उन्हां दा मैग्नीट्यूड सेम हो जाता है। कैन डिस्प्लेसमेंट एंड डिस्टेंस मैग्नीट्यूड बी इक्वल? Yes, when a body moves in a straight line. क्वेश्चन आ सकता है कि डिस्टेंस ते डिस्प्लेसमेंट दी वैल्यू सेम आ सकती है। Yes, when a body moves in a straight line. Straight line example, motion in a one dimension. ओके, डिस्टेंस जिहड़ा है स्केलर फिजिकल क्वांटिटी है ते जिहड़ा डिस्प्लेसमेंट है वो साडे कोल की है, एक वेक्टर फिजिकल क्वांटिटी है। डिस्टेंस हमेशा पॉजिटिव रहेगा ते जिहड़ा डिस्प्लेसमेंट है इट मे बी पॉजिटिव, इट मे बी नेगेटिव और इट मे बी जीरो। केड़ी चीज जीरो हो सकती है? डिस्प्लेसमेंट जीरो हो सकता है। क्लियर, नेगेटिव भी कौन हो सकता है? डिस्प्लेसमेंट। पर केड़ा कदी नेगेटिव नहीं होंदा? डिस्टेंस कदी नेगेटिव जिहड़ा है वो नहीं होंदा। हुण प्रॉब्लम है कि डिस्प्लेसमेंट जीरो कदों होंदी है? डिस्प्लेसमेंट उदों जीरो होंदी है जदों बॉडी कम बैक टू इट्स इनिशियल पोजीशन। जदों बॉडी जिहड़ी है अपनी इनिशियल पोजीशन ते वापस आ जाती है उदों ओदी डिस्प्लेसमेंट जिहड़ी है वो जीरो हो जाती है। क्लियर, सपोज आई स्टार्ट फ्रॉम ए ते मैं पहुंच गया किहड़े पॉइंट ते बी, मैं 6 किलोमीटर कवर कीते, बाद विचों मैं वापस जिहड़ा है ए पॉइंट ते वापस आ गया। नाउ डिस्प्लेसमेंट कितनी होएगी? पहला ए तो बी गया, बी तो मैं ए ते वापस आ गया, मेरी डिस्प्लेसमेंट जीरो होगी क्योंकि मैं इनिशियल पोजीशन ते वापस आ गया। बट डिस्टेंस कितना होएगा? 6 जिहड़ा है ए टू बी ते अगेन बी टू ए जिहड़ा है 6 आएगा ते टोटल डिस्टेंस कवर होएगा 12 किलोमीटर। हाँ जी, क्लियर, डिस्टेंस हमेशा वाधा जाता है, हमेशा ऐड होएगा ते डिस्प्लेसमेंट जिहड़ी है वो घट सकती है। मान लो कि मैं इस पॉइंट ते आके बैठ गया, हाँ जी, किहड़े पॉइंट ते सी, पहला मैं 6 ते कवर किया, उस तो बाद मैं 2 किलोमीटर इथों कवर करके मैं किहड़े पॉइंट ते बैठा है? सी ते। नाउ व्हाट विल बी द डिस्टेंस? डिस्टेंस कितना आया? ए तो बी, बी तो सी, डिस्टेंस हो जाएगा 6 ते 2 जिहड़ा हो गया 8 हो जाएगा किलोमीटर। बट डिस्प्लेसमेंट किहड़ी हुंदी है? इनिशियल ते फाइनल। हाँ जी, मैं इथों तुरिया सी ते घूम के इत्थे आ गया, ਇਹਦਾ मतलब आ मेरी डिस्प्लेसमेंट है, ਇਹਦੀ वैल्यू कितनी आएगी साडे कोल? 4 किलोमीटर आएगी। दैट विल बी आवर डिस्प्लेसमेंट। हाँ जी, क्लियर है। डिस्प्लेसमेंट करन दा पता लगाउण दा तरीका पता लग गया। इसे तरीके नाल जे असीं एक सर्कल की गल करिए, मान लो सर्कल का रेडियस आर है, मैं ए तो स्टार्ट होके दोबारा मैं घूम के बेटा मैं ए ते वापस आ जाना है, आ सेंटर है, ए तो ए तक साडा दसो भी डिस्टेंस कितना होएगा? इट विल बी 2 पाई आर। डिस्टेंस साडे को 2 पाई आर होएगा, ए डिस्टेंस है। क्लियर जी, कोई डायरेक्शन नहीं है, ए टोटल लेंथ ऑफ पाथ। बट डिस्प्लेसमेंट कितना होएगा? डिस्प्लेसमेंट साडे को आएगा जीरो। डिस्प्लेसमेंट जीरो क्यों? असी इनिशियल तो घूम के दोबारा वापस असी इनिशियल पोजीशन ते ही असी वापस आ गए हैं, इस करके साडा जिहड़ा है डिस्प्लेसमेंट जिहड़ा है वो जीरो होएगा। इन केस जे असी ओ तो आ रेडियस है, ए तो स्टार्ट होए, उस तो बाद मैं पूछा तुहानू, मैं बी पॉइंट ते बैठ गया, हुण दसो डिस्टेंस कितना होएगा? नाउ ए तो सिर्फ बी तक आ हरा डिस्टेंस होएगा, ए दी वैल्यू आएगी पाई आर, ए की हैगा हाफ सरकमफ्रेंस। ते डिस्प्लेसमेंट किहड़ा होया? इनिशियल तो लैके फाइनल शॉर्टेस्ट वे, आ साडा डिस्प्लेसमेंट है ते ए दी वैल्यू कितनी आएगी साडे कोल? 2r आएगी। डिस्प्लेसमेंट ते डिस्टेंस नू जिहड़ा तुसी फाइंड आउट जिहड़ा है वो कर सकते हो। हाँ जी, इस तो बाद जिहड़ा डिस्टेंस है स्केलर है, वैक्टर अपना जिहड़ा है डिस्प्लेसमेंट है वो वैक्टर क्वांटिटी है। नाउ कुछ ग्राफ्स ने जिहड़े असी मेन डिस्कस करने ने अज दे लेक्चर दे विच, तुहानू सारे ग्राफ बारे पता होना चाहिए। उस ग्राफ तो तुसी किहड़े जिहड़े आ उदों अपना इंपॉर्टेंट पॉइंट्स जिहड़े आ निकाल सकते हो, ਉਹਦੇ फायदे की है ਉਹਦੇ बारे तुहानू पता होना चाहिए। नाउ सब नाल पहला देखो एक ग्राफ मैं इत्थे प्लॉट कीता है, दिस इज द टाइम, नाउ दिस इज द पोजीशन। पोजीशन का मतलब है इट मे बी डिस्टेंस और इट मे बी डिस्प्लेसमेंट, इट मे बी डिस्टेंस टाइम ग्राफ, इट मे बी डिस्प्लेसमेंट टाइम ग्राफ। मतलब पोजीशन टाइम ग्राफ है,
ਤੇ ਪੋਜੀਸ਼ਨ ਟਾਈਮ ਗ੍ਰਾਫ ਮੇਰਾ ਇਸ ਤਰ੍ਹਾਂ ਦਾ ਆ ਰਿਹਾ, ਦੇਖੋ ਧਿਆਨ ਦੇ ਨਾਲ। ਪੋਜੀਸ਼ਨ ਟਾਈਮ ਗ੍ਰਾਫ ਆ ਰਿਹਾ ਬਿਲਕੁਲ ਸਟ੍ਰੇਟ ਲਾਈਨ, ਕਿਹਦੇ ਪੈਰਲਲ ਆ ਰਿਹਾ, ਟਾਈਮ ਦੇ ਪੈਰਲਲ। ਮੰਨ ਲਓ ਵੀ ਆ ਪੋਜੀਸ਼ਨ ਹੈ, ਇਹ ओरिजिन ਦਾ ਮਤਲਬ ਹੁੰਦਾ ਹੈ ਸਟਾਰਟਿੰਗ ਪੁਆਇੰਟ। ਮੰਨ ਲਓ ਵੀ ਇੱਥੇ ਮੈਂ 2 ਮੀਟਰ ਤੇ ਬੈਠਾ, ਮੇਰੀ ਪੋਜੀਸ਼ਨ ਹੈਗੀ ਆ ओरिजिन ਤੋਂ 2 ਮੀਟਰ ਤੇ। ਕਲੀਅਰ। ਨਾਓ ਗ੍ਰਾਫ ਇਸ ਤਰ੍ਹਾਂ ਆ ਰਿਹਾ ਬਿਲਕੁਲ ਟਾਈਮ ਐਕਸਿਸ ਦੇ ਪੈਰਲਲ। ਇਹਦਾ ਮਤਲਬ ਹੈ ਕਿ ਹਰ ਟਾਈਮ ਦੇ ਉੱਤੇ ਮੇਰੀ ਪੋਜੀਸ਼ਨ 2 ਹੀ ਰਹਿ ਰਹੀ ਹੈ। ਕਹਿਣ ਦਾ ਮਤਲਬ ਮੇਰੀ ਪੋਜੀਸ਼ਨ ਚੇਂਜ ਨਹੀਂ ਹੋ ਰਹੀ। ਇਹਦਾ ਮਤਲਬ ਆਬਜੈਕਟ ਕੱਚ ਹੋਏਗੀ, ਰੈਸਟ ਵਿੱਚ ਹੋਏਗੀ। ਦਿਸ ਇਜ਼ ਅ ਗ੍ਰਾਫ, ਕਿਹੜਾ, ਪੋਜੀਸ਼ਨ ਟਾਈਮ ਗ੍ਰਾਫ ਫॉर ਆਬਜੈਕਟ ਵਿਚ ਇਜ਼ ਐਟ ਰੈਸਟ। ਨੋਟ ਕਰ ਲਓ ਕਿਸ ਤਰ੍ਹਾਂ ਦੀ ਸ਼ੇਪ, ਟਾਈਮ ਐਕਸਿਸ ਦੇ ਪੈਰਲਲ। ਜੇਕਰ ਗ੍ਰਾਫ ਪੋਜੀਸ਼ਨ ਗ੍ਰਾਫ ਟਾਈਮ ਐਕਸਿਸ ਦੇ ਪੈਰਲਲ ਆਵੇ, ਇਹਦਾ ਮਤਲਬ ਸਾਡੀ ਜਿਹੜੀ ਬੋਡੀ ਹੈ ਉਹ ਰੈਸਟ ਵਿੱਚ ਹੈਗੀ ਹੈ। ਨਾਓ ਇਫ ਦਾ ਗ੍ਰਾਫ ਇਜ਼ ਲਾਈਕ ਦਿਸ, if the graph is like this, slanting ਹੈਗਾ ਵੀ straight line ਹੈ, but it is inclined towards time axis। ਦੇਖੋ ਚੁੱਕਿਆ ਹੈ, ਪਹਿਲਾਂ ਸੀ parallel, ਹੁਣ inclined ਹੈ। ਇਹਦਾ ਮਤਲਬ ਉਹਦੀ ਪੋਜੀਸ਼ਨ ਚੇਂਜ ਹੋ ਰਹੀ ਹੈ ਹਰ ਟਾਈਮ ਤੇ। ਦੇਖੋ ਉਹਦੀ ਪੋਜੀਸ਼ਨ ਜਿਹੜੀ ਹੈ ਚੇਂਜ ਹੋ ਰਹੀ ਹੈ। ਆਹ ਟਾਈਮ ਹੈ ਮੰਨ ਲਓ 1 ਸੈਕਿੰਡ, ਇੱਥੇ ਉਹਦੀ ਪੋਜੀਸ਼ਨ ਆਹ ਵਾਲੀ ਆ ਰਹੀ ਹੈ। ਨੈਕਸਟ ਇੱਥੇ ਪੋਜੀਸ਼ਨ ਆ ਗਈ, ਉਸ ਤੋਂ ਬਾਅਦ ਆਹ ਪੋਜੀਸ਼ਨ ਆ ਗਈ। ਹਰ ਟਾਈਮ ਤੇ ਪੋਜੀਸ਼ਨ ਚੇਂਜ ਹੋ ਰਹੀ ਹੈ। ਇਹਦਾ ਮਤਲਬ इट इज अ ग्राफ कादे वास्ते है, यूनीफॉर्म मोशन। जदों भी बॉडी जिहड़ी है यूनीफॉर्म मोशन च मूव करेगी, देन ओदा जिहड़ा ग्राफ आएगा बिल्कुल स्ट्रेट लाइन आएगा ते ओ इंकलाइंड होएगा। हाँ जी, किधर नूं इंकलाइंड होएगा, टुवर्ड्स टाइम एक्सिस। आ फिर दोबारा देखो, ए किहड़ा ग्राफ है, लाइक दिस। This is the origin. Now here is the position x लिख देती। Now here is the time. Clear? Now graph is a straight line. वो कादे वास्ते आएगा, यूनिफॉर्म मोशन वास्ते आएगा। Clear? Now इस ग्राफ ਦਾ फायदा नोट कर लो कि ग्राफ ਦਾ ਅਸੀਂ स्लोप निकालिए। ग्राफ ਦਾ ਜਿਹੜਾ स्लोप है ਤੇ स्लोप ਅਸੀਂ फाइंड ਕਾਹਦੇ ਨਾਲ ਕਰਦੇ ਹਾਂ, ਇਹ ਵੀ ਨੋਟ ਕਰੋ। tan थीटे ਦੇ ਨਾਲ ਅਸੀਂ स्लोप फाइंड करना है। इस ग्राफ ਦਾ ਸਲੋਪ ਸਾਨੂੰ ਵੈਲੋਸਿਟੀ ਤੇ ਜਾਂ ਸਾਨੂੰ ਜਿਹੜਾ ਹੈ ਸਪੀਡ ਬਾਰੇ ਜਿਹੜਾ ਹੈ ਉਹ ਜਾਣਕਾਰੀ ਦਿੰਦਾ ਹੈ। what does the graph of, ਹਾਂਜੀ, what does the position time graph for uniform motion represent? ਇਹਦਾ ਜਿਹੜਾ ਸਲੋਪ ਹੈ ਸਾਨੂੰ ਵੈਲੋਸਿਟੀ ਜਾਂ ਸਪੀਡ ਬਾਰੇ ਜਾਣਕਾਰੀ ਦਿੰਦਾ ਹੈ। ਜੇ ਇਹ ਡਿਸਟੈਂਸ ਟਾਈਮ ਗ੍ਰਾਫ ਹੈ, ਇਹਦਾ ਸਲੋਪ ਸਪੀਡ ਦੱਸੇਗਾ। ਜੇ ਇਹ ਡਿਸਪਲੇਸਮੈਂਟ ਟਾਈਮ ਗ੍ਰਾਫ ਹੈ ਤੇ ਇਹਦਾ ਜਿਹੜਾ ਸਲੋਪ ਹੈ ਸਾਨੂੰ ਵੈਲੋਸਿਟੀ ਬਾਰੇ ਜਿਹੜਾ ਹੈ ਉਹ ਜਾਣਕਾਰੀ ਦਿੰਦਾ ਹੈ। ਗ੍ਰੇਟਰ ਦਾ ਸਲੋਪ, ਗ੍ਰੇਟਰ ਵਿਲ ਬੀ ਦਾ ਸਪੀਡ ਔਰ ਵੈਲੋਸਿਟੀ। ਨਾਓ ਸਲੋਪ ਕਾਹਦੇ ਨਾਲ ਨਿਕਾਲੀਦਾ ਹੈ, ਹਾਂਜੀ, ਸਲੋਪ ਨਿਕਾਲਣ ਦਾ ਫਾਰਮੂਲਾ tan ਥੀਟਾ। ਹਾਂਜੀ, ਸਲੋਪ ਨਿਕਾਲਣ ਦਾ ਫਾਰਮੂਲਾ ਕੀ ਹੁੰਦਾ ਹੈ, tan ਥੀਟਾ। ਮੰਨ ਲਓ ਵੀ ਸਾਡੇ ਕੋਲ ਆ ਦੋ ਗ੍ਰਾਫ ਨੇ, ਇੱਕ A ਇੱਕ B। ਹਾਂਜੀ, ਕਲੀਅਰ। क्वेश्चन आंदा है, इन्हां विचों स्पीड किहदी ज्यादा है, इन्हां विचों किस बॉडी की स्पीड ज्यादा है। मान लो आ एंगल साडे कोल दिता उन्हें 30 डिग्री ते आ एंगल जिहड़ा हैगा इट इज 45 डिग्री या 60 डिग्री। ओके, नाउ इन्हां विचों किहदी स्पीड ज्यादा है, तुसीं की देखना है, पहला देखना है पोजीशन टाइम ग्राफ है, मतलब डिस्टेंस टाइम ग्राफ है या डिस्प्लेसमेंट टाइम ग्राफ है। फिर सोचना है कि डिस्प्लेसमेंट टाइम ग्राफ का जिहड़ा स्लोप है सानू, हाँ जी, वेलोसिटी या स्पीड बारे जानकारी दिंदा है, ओहदा स्लोप। ते स्लोप किस तरह फाइंड करना है, tan थीटे तो। नाउ ए दा स्लोप कितना आया, ए दा स्लोप आ जाएगा साडे कोल tan 30, आ ए दा आ गया। ते b दा स्लोप कितना आएगा, साडे कोल आएगा tan 45। जिन्ना एंगल ज्यादा होंदा है ओनी tan दी वैल्यू ज्यादा आंदी है। जिन्ना एंगल है वधदा जाएगा, स्लोप वधदा जाएगा। हाँ जी, क्लियर। जिन्ना एंगल वधदा जाएगा ओना ओदा जिहड़ा है स्लोप वधदा जाएगा। दसो स्लोप किहदा ज्यादा है, B दा। ठीक है, ਇਹਦਾ मतलब B ਜਿਹੜੀ बॉडी है ओदी स्पीड A बॉडी ਦੇ ਮੁਕਾਬਲੇ ज्यादा होएगी। ग्रेटर द स्पीड, ग्रेटर द स्लोप, greater will be the, हाँ जी, speed of the body। now एक आ भी क्वेश्चन है, ए दोबारा दसो मैनू, ए टाइम,
इधरले पासे मैं पोजीशन लिखती ते आ मैं स्ट्रेट लाइन वादी। पहला भी मैं ग्राफ बनाया सी, पोजीशन टाइम ग्राफ पर होरिजेंटल लाइन आ गई। हुण दसो एक कादा सीगा, एस सीगा तुहाडे कोल जिहड़ी बॉडी रेस्ट विच हैगी है। यह पोजीशन टाइम ग्राफ सी जिहड़ी बॉडी साडी रेस्ट विच हैगी है। ना दोस्तों ਇਹਦਾ स्लोप कितना है, ਇਹਦਾ स्लोप ही 0 है क्योंकि ਜਿਹੜੀ हॉरिजेंटल लाइन है ਇਹਦਾ स्लोप ਜਿਹੜਾ है ਉਹ 0 ਹੋਏਗਾ। जिस तरह पेपर है स्लोप 0 है, जे थोड़ा ਜਿਹਾ ਵੀ ਇਸ ਤਰ੍ਹਾਂ ਕਰਾਂਗੇ ਇਹ ਇਹਦਾ स्लोप आएगा। ਹੁਣ स्लोप ਵੱਧ ਗਿਆ। क्लियर, हॉरिजेंटल लाइन ਦਾ स्लोप ਕਿੰਨਾ ਹੁੰਦਾ ਹੈ 0, ਤੇ ਜੇ हॉरिजेंटल लाइन ਦਾ स्लोप 0 है, स्लोप ਕੀ ਦੱਸਦਾ ਹੈ, स्लोप ਸਾਨੂੰ वेलोसिटी ਬਾਰੇ ਦੱਸਦਾ ਹੈ, स्पीड ਬਾਰੇ ਦੱਸਦਾ ਹੈ। ਇਹਦਾ मतलब ਇੱਥੇ ਦੱਸੋ स्पीड ਕਿੰਨੀ ਆਏਗੀ, ਇੱਥੇ ਸਾਡੇ ਕੋਲ ਜਿਹੜੀ ਹੈ स्पीड ਦੀ वैल्यू कितनी आएगी 0 आएगी क्योंकि स्लोप ही नहीं है। स्लोप काहदे नाल निकालना है, हाँ जी स्लोप असि निकालना है tan थीटा दे नाल। नाउ अगेन वी हैव ग्राफ डिस्टेंस टाइम ग्राफ। लो जी साडे कोल है दो ग्राफ ने। हुण दसो एक ग्राफ A एक ग्राफ B, ठीक है। A दी पोजीशन हैगी इत्थे मान लो 2 मीटर ते, A दी पोजीशन हैगी है 4 मीटर ते। नाउ प्लीज टेल इन्हां दोनां विचों किहदी स्पीड ज्यादा होएगी, A ते B दे विचों किहदी स्पीड ज्यादा होएगी। ध्यान नाल देखो ए दोनों लाइन्स पैरेलल ने, A ते B दोनों लाइन्स पैरेलल ने, ते जे दो लाइन्स पैरेलल ने ते इन्हां दा जिहड़ा आ वाला एंगल होएगा वो भी सेम होएगा। जे आ मान लो 30 डिग्री है ते आ भी कितना आएगा 30 डिग्री। दो लाइन्स जे पैरेलल ने ਇਹਦਾ मतलब इन्हां दे स्लोप इक्वल हो गए, ते जे स्लोप इक्वल ने ਇਹਦਾ मतलब इन्हां दी जिहड़ी स्पीड है या वेलोसिटी है वो सेम होएगी। इट मीनस इन्हां दोनां दी जिहड़ी स्पीड है दे विल बी इक्वल। हाँ जी क्लियर। नाउ इस तरह एक क्वेश्चन जिहड़ा तुहानूं होर पुछया जा सकदा है। सपोज अगेन दिस इज अ पोजीशन टाइम ग्राफ, ते साडे कोल एक ग्राफ किस तरह दा आया लाइक दिस, इस तरह कट कर गया। आ ए वास्ते है, ए बी वास्ते है। नाउ प्लीज टेल किस बॉडी दी स्पीड ज्यादा है। हाँ जी स्पीड की ज्यादा होएगी जिहदा स्लोप जिहड़ा है वो ज्यादा होएगा। हाँ जी स्लोप किहदा ज्यादा है, आ देख लो इथों लाइन खिंच के एंगल फाइंड करो। आ एंगल इन्ना की आंदा है ते आ एंगल देखो कितना बड़ा आ रहा है। हाँ जिन्ना एंगल ज्यादा ओना स्लोप ज्यादा ओनी स्पीड ज्यादा। ਇਹਦਾ मतलब A बॉडी दी स्पीड ਜਿਹੜੀ ਹੈ ਉਹ B बॉडी ਦੇ ਨਾਲੋਂ ਜ਼ਿਆਦਾ ਹੋਏਗੀ। ਨਾਓ ਇਹਦੇ ਵਿੱਚ ਇੱਕ ਕੁਐਸਚਨ ਹੋਰ ਪੁੱਛਿਆ ਜਾ ਸਕਦਾ ਹੈ, ਉਹ ਕਿਹੜਾ ਪੁਆਇੰਟ ਹੈ ਜਿੱਥੇ ਦੋਨੋਂ ਬॉडीज ਮੀਟ ਕਰਨਗੀਆਂ। ਨਾਓ ਇਹ ਦੇਖੋ ਪਿੱਛੋਂ ਤੁਰਿਆ, ਇਹ 2 ਮੀਟਰ ਤੋਂ ਤੁਰਿਆ, ਮੰਨ ਲਓ ਇਹ 6 ਮੀਟਰ ਤੋਂ ਤੁਰਿਆ। ਸਪੀਡ ਕਿਹਦੀ ਜ਼ਿਆਦਾ ਹੈ, ਇਹਦੀ ਸਪੀਡ ਜ਼ਿਆਦਾ ਹੈ। ਇਹ ਦੋਨੋਂ ਬॉडीज ਇਸ ਪੁਆਇੰਟ ਦੇ ਉੱਤੇ ਕੱਟ ਕਰ ਗਈਆਂ। ਇਹਦਾ मतलब ਆ ਜੇ ਪੋਜੀਸ਼ਨ ਜਿੱਥੇ ਦੋਨੋਂ ਬॉडीज ਆਪਸ ਵਿੱਚ ਜਿਹੜੀਆਂ ਨੇ ਉਹ ਮੀਟ ਕਰਨਗੀਆਂ। ਹਾਂਜੀ ਕਿਹੜੀ ਬॉडी ओवरटेक कर जाएगी, हाँ जी A ने ओवरटेक कर जाना है B नू, क्योंकि A ਜਿਹੜੀ ਹੈ ਉਹਦੀ ਸਪੀਡ ਕੀ ਹੈਗੀ ਹੈ B ਦੇ ਮੁਕਾਬਲੇ ਜ਼ਿਆਦਾ ਹੈ। ਇਸ ਤਰ੍ਹਾਂ ਬੇਟਾ ਤੁਸੀਂ ਇਹ ਛੋਟੇ ਛੋਟੇ ਜਿਹੜੇ ਕੁਐਸਚਨਸ ਨੇ, ਜੇ ਤੁਹਾਨੂੰ ਇੱਕ ਚੀਜ਼ ਪਤਾ ਹੈ ਕਿ ਪੋਜੀਸ਼ਨ ਟਾਈਮ ਗ੍ਰਾਫ ਦਾ ਜਿਹੜਾ ਸਲੋਪ ਵੈਲੋਸਿਟੀ ਦੱਸਦਾ ਹੈ ਤੇ ਉਥੋਂ ਤੁਸੀਂ ਇਹੋ ਜਿਹੇ ਕੁਐਸਚਨਸ ਜਿਹੜੇ ਨੇ ਤੁਸੀਂ ਆਪ ਸੋਲਵ ਕਰ ਸਕਦੇ ਹੋ। ਨਾਓ ਸਪੀਡ, ਜਿਹੜੀ ਸਪੀਡ ਹੈ ਇਹਦਾ ਯੂਨਿਟ SI ਯੂਨਿਟ ਯਾਦ ਕਰ ਲਓ ਮੀਟਰ ਪਰ ਸੈਕਿੰਡ ਹੈ। ਵੈਲੋਸਿਟੀ ਦਾ ਵੀ SI ਯੂਨਿਟ ਜਿਹੜਾ ਹੈ ਮੀਟਰ ਪਰ ਸੈਕਿੰਡ ਹੈ। ਜੇ ਸਾਡੇ ਕੋਲ ਕਿਤੇ ਯੂਨਿਟ ਕਿਲੋਮੀਟਰ ਪਰ ਆਰ ਦਿੱਤੇ ਹੋਣ ਤੇ ਤੁਹਾਨੂੰ ਕਈ ਵਾਰੀ ਇਹਨੂੰ ਆਪਾਂ ਕਨਵਰਟ ਕਰਨਾ ਹੈ ਮੀਟਰ ਪਰ ਸੈਕਿੰਡ ਚ, ਤੇ 5/18 ਦੇ ਨਾਲ ਤੁਸੀਂ ਮਲਟੀਪਲਾਈ ਕਰ ਦਿਓ। ਕੋਈ ਵੀ ਵੈਲਿਊ ਹੈ ਮੰਨ ਲਓ 36 ਕਿਲੋਮੀਟਰ ਪਰ ਆਰ, ਇਹਨੂੰ ਕਨਵਰਟ ਕਰੋ ਮੀਟਰ ਪਰ ਸੈਕਿੰਡ ਚ। ਕੀ ਕਰਨਾ ਹੈ 36 ਨੂੰ 5/18 ਦੇ ਨਾਲ ਮਲਟੀਪਲਾਈ ਕਰ ਦੇਣਾ ਹੈ। ਨਾਓ ਇਟ ਵਿਲ ਬੀ ਇਕੁਅਲ ਟੂ 10 ਮੀਟਰ ਪਰ ਸੈਕਿੰਡ। ਬਸ ਆ ਵੈਲਿਊ ਯਾਦ ਕਰ ਲਓ। ਕਿਲੋਮੀਟਰ ਪਰ ਆਰ ਤੋਂ ਮੀਟਰ ਪਰ ਸੈਕਿੰਡ ਕਨਵਰਸ਼ਨ ਕੀ ਹੈ 5/18 ਨਾਲ ਮਲਟੀਪਲਾਈ। ਤੇ ਜੇ ਉਲਟ ਕਰਨਾ ਹੋਵੇ ਮੀਟਰ ਪਰ ਸੈਕਿੰਡ ਤੋਂ ਕਿਲੋਮੀਟਰ ਪਰ ਆਰ ਚ ਜਾਣਾ ਹੋਵੇ ਤੇ ਤੁਸੀਂ 18/5 ਦੇ ਨਾਲ ਆਪਣਾ ਮਲਟੀਪਲਾਈ ਕਰ ਦੇਣਾ ਉਲਟ ਕਰਕੇ। ਕਲੀਅਰ। ਦੋ ਬॉडीज ਜਿਹੜੀਆਂ ਨੇ ਉਹਨਾਂ ਵਿੱਚੋਂ ਕਿਹਦੀ ਸਪੀਡ ਜ਼ਿਆਦਾ ਹੈ ਕਿਹਦੀ ਸਪੀਡ ਘੱਟ ਹੈ ਉਹ ਕਿਸ ਤਰ੍ਹਾਂ ਕੰਪੇਅਰ ਕਰੋਗੇ। ਮੰਨ ਲਓ ਇੱਕ ਦੀ ਸਪੀਡ ਦਿੱਤੀ ਹੈ 10 ਮੀਟਰ ਪਰ ਸੈਕਿੰਡ, ਦੂਜੇ ਦੀ ਸਪੀਡ ਉਹਨੇ ਦਿੱਤੀ ਹੈ 30 ਕਿਲੋਮੀਟਰ ਪਰ ਆਰ, ਜਾਂ ਇੱਕ ਦੀ ਦੇਤੀ ਉਹਨੇ 30
सेंटीमीटर पर सैकंड। ये दसो किहड़ी स्पीड ज्यादा है। कई स्टूडेंट ने बिना देखे कहना भी है आ स्पीड ज्यादा भी 36 किलोमीटर वो स्पीड सब नालों ज्यादा है क्योंकि दी न्यूमेरिकल वैल्यू ज्यादा है। बेटा इस तरह कंपेयर नहीं होएगा। कंपेयर तां होएगा जेकर इन्हां दे यूनिट जिहड़े ने वो सेम होण। यूनिट शुड बी सेम तां कंपैरिजन होएगा। ए मीटर पर सैकंड च है, इनू भी मीटर पर सैकंड च कन्वर्ट करो। हुण इनू जे मीटर पर सैकंड च कन्वर्ट करदा देखो ए भी 10 मीटर पर सैकंड है। ਇਹਦਾ मतलब आ भी 10 है, आ भी 10 मीटर पर सैकंड है। ਇਹਦਾ मतलब ए स्पीड ते इक्वल हो गई। क्लीयर। ਇਹਦਾ मतलब ਉਹਨੂੰ ਵੀ ਸਾਨੂੰ मीटर पर सैकंड ਦੇ ਵਿੱਚ ਕਨਵਰਟ ਕਰਨਾ ਪਏਗਾ। 1 मीटर ਦੇ ਵਿੱਚ ਜਿਹੜਾ ਸਾਨੂੰ ਪਤਾ ਹੈ 100 ਸੈਂਟੀਮੀਟਰ ਤੇ 1 ਸੈਂਟੀਮੀਟਰ ਦੇ ਵਿੱਚ 10⁻⁻² ਜਿਹੜੇ ਹੁੰਦੇ ਨੇ ਮੀਟਰ ਹੁੰਦੇ ਨੇ। ਇਹ ਕਨਵਰਸ਼ਨ ਜਿਹੜੀਆਂ ਛੋਟੀਆਂ ਤੁਹਾਨੂੰ ਆਣੀ ਚਾਹੀਦੀਆਂ ਨੇ। ਹਾਂਜੀ ਕਲੀਅਰ। ਇਹਦਾ मतलब स्पीड्स कंपेयर करनी है, एक्सेलरेशन कंपेयर करनी है, कुछ भी कंपेयर करना है तो ध्यान रखना है ਉਹਨਾਂ ਦੇ ਜਿਹੜੇ यूनिट्स ने इट शुड बी सेम। यूनिट्स ਜਿਹੜੇ ਨੇ ਉਹ ਤੁਹਾਡੇ सेम ਹੋਣੇ ਚਾਹੀਦੇ ਨੇ। ਨਾਓ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਨੈਕਸਟ ਪੁਆਇੰਟ ਜਿਹੜਾ ਹੈ ਉਹ ਹੈਗਾ ਜੇਕਰ ਸਪੀਡ ਤੁਹਾਡੀ ਵੇਰੀਏਬਲ ਹੈ। ਇਫ ਦਾ ਸਪੀਡ ਇਜ਼ ਵੇਰੀਏਬਲ ਦੈਨ ਸਪੀਡ ਤੁਹਾਡੀ ਚੇਂਜ ਹੋ ਰਹੀ ਹੈ ਤੇ ਉਹਦਾ ਜਿਹੜਾ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਬਾਰੇ ਗੱਲ ਕਰੀਏ then it will not a straight line, it will be just like a curve। ਉਹ ਇੱਕ ਕਰਵ ਟਾਈਪ ਜਿਹੜਾ ਗ੍ਰਾਫ ਆਏਗਾ। ਜੇ ਗ੍ਰਾਫ ਕਰਵ ਹੈ ਇਹਦਾ ਮਤਲਬ ਹੈ ਕਿ ਸਾਡੀ ਜਿਹੜੀ ਵੈਲੋਸਿਟੀ ਜਿਹੜੀ ਹੈ ਉਹ ਮੋਸ਼ਨ ਜਿਹੜੀ ਹੈ ਸਾਡੀ ਉਹ ਯੂਨੀਫਾਰਮ ਨਹੀਂ ਹੈ, ਮਤਲਬ ਵੇਰੀਏਬਲ ਹੈ। ਟਾਈਮ ਦੇ ਅਕੋਰਡਿੰਗ ਜਿਹੜੀ ਹੈ ਉਹ ਚੇਂਜ ਹੋ ਰਹੀ ਹੈ। ਫਿਰ ਸਾਡੇ ਕੋਲ ਗ੍ਰਾਫ ਕਿਹੜਾ ਆਏਗਾ? ਹਾਂਜੀ ਕਰਵ। ਤੇ ਜੇ ਸਟ੍ਰੇਟ ਲਾਈਨ ਆਂਦਾ ਹੈ ਤੇ ਇਹਦਾ ਮਤਲਬ ਹੈ ਕਿ ਸਾਡੇ ਕੋਲ ਜਿਹੜਾ ਹੈ ਯੂਨੀਫਾਰਮ ਮੋਸ਼ਨ ਚੱਲ ਰਹੀ ਹੈ। ਨਾਓ ਇਸ ਗ੍ਰਾਫ ਦਾ ਸਲੋਪ ਕੀ ਦੱਸਦਾ ਸੀ? ਹੁਣੇ ਪਿੱਛੇ ਡਿਸਕਸ ਕੀਤਾ ਹੈ। ਜਿਵੇਂ ਆਹ ਗ੍ਰਾਫ ਸੀ, ਮੈਂ ਦੁਬਾਰਾ ਬਣਾ ਦੇਣਾ ਹੈ ਕਿਉਂਕਿ ਕੰਪੇਅਰ ਕਰਨਾ ਹੈ ਅਸੀਂ। ਆ ਵੀ ਪੋਜੀਸ਼ਨ ਟਾਈਮ ਗ੍ਰਾਫ ਹੈ। ਹਾਂਜੀ this is position time graph, this is also position time graph, it is a curve, it is a straight line। ਜਿਹੜਾ ਸੇ ਸਟ੍ਰੇਟ ਲਾਈਨ ਹੈ ਇਹਦਾ ਮਤਲਬ ਹੈ ਇਹ ਸਾਡੀ ਯੂਨੀਫਾਰਮ ਮੋਸ਼ਨ ਹੈ। ਜਿੱਥੇ ਸਟ੍ਰੇਟ ਲਾਈਨ ਨਹੀਂ ਹੈ ਇਹਦਾ ਮਤਲਬ ਸਾਡੀ ਮੋਸ਼ਨ ਯੂਨੀਫਾਰਮ ਨਹੀਂ ਹੈ। ਇਹਦਾ ਸਲੋਪ ਕੀ ਦੱਸਦਾ ਸੀ ਸਾਨੂੰ? ਪੋਜੀਸ਼ਨ ਟਾਈਮ ਗ੍ਰਾਫ ਦਾ ਸਲੋਪ ਸਾਨੂੰ ਵੈਲੋਸਿਟੀ ਬਾਰੇ ਦੱਸਦਾ ਹੈ ਤੇ ਇਹਦਾ ਵੀ ਸਲੋਪ ਕੱਢਾਂਗੇ ਤੇ ਸਾਨੂੰ ਵੈਲੋਸਿਟੀ ਬਾਰੇ ਦੱਸੇਗਾ। ਨਾਓ ਮੰਨ ਲਓ ਵੀ ਇਸ ਪੁਆਇੰਟ ਤੇ ਸਲੋਪ ਕੱਢਣਾ ਹੈ, ਉੱਥੇ ਟੈਂਜੈਂਟ ਡਰਾ ਕਰ ਲਓ। ਇਸ ਪੁਆਇੰਟ ਤੇ ਸਲੋਪ ਕਰਨਾ ਹੈ, ਇੱਥੇ ਟੈਂਜੈਂਟ ਡਰਾ ਕਰ ਲਓ। ਹਾਂਜੀ ਜਿਸ ਪੁਆਇੰਟ ਤੇ ਸਲੋਪ ਕੱਢਣਾ ਹੈ, ਮੰਨ ਲਓ ਮੈਂ P ਪੁਆਇੰਟ ਦੇ ਉੱਤੇ ਹਾਂਜੀ ਸਲੋਪ ਨਿਕਾਲਣਾ ਹੈ, ਟੈਂਜੈਂਟ ਡਰਾ ਕੀਤੀ। ਇਹ ਸਾਨੂੰ ਜਿਹੜਾ ਸਟ੍ਰੇਟ ਲਾਈਨ ਆ ਗਈ ਇਹ ਸਾਨੂੰ ਵੈਲੋਸਿਟੀ ਬਾਰੇ ਦੱਸੇਗਾ। ਇਹ ਸਾਨੂੰ ਵੈਲੋਸਿਟੀ ਬਾਰੇ ਦੱਸੇਗਾ ਕਿ ਇਹ ਦੋਨੋਂ ਸਲੋਪ ਸੇਮ ਨੇ। ਹਾਂਜੀ ਇਹ ਦੋਨੋਂ ਸਲੋਪਸ ਦੀ ਵੈਲਿਊ ਡਿਫਰੈਂਟ ਹੈ। ਆਹ ਸਲੋਪ ਦੇਖੋ ਤੁਹਾਡਾ ਜ਼ਿਆਦਾ ਹੋ ਗਿਆ Q ਵਾਲਾ। ਇਹਦਾ ਮਤਲਬ Q ਦੀ ਸਪੀਡ ਜ਼ਿਆਦਾ ਹੈ ਕਿਉਂਕਿ ਇਹ ਕਾਦੇ ਵਾਸਤੇ ਗ੍ਰਾਫ ਹੈ? ਇਹ ਹੈਗਾ ਸਾਡਾ ਵੇਰੀਏਬਲ। ਵੇਰੀਏਬਲ ਜਿਹੜੀ ਸਪੀਡ ਹੈ ਸਾਡੀ ਉਹਦੇ ਵਾਸਤੇ ਇਹ ਗ੍ਰਾਫ ਹੈ। ਵੇਰੀਏਬਲ ਦਾ ਮਤਲਬ ਸਪੀਡ ਜਿਹੜੀ ਹੈ ਚੇਂਜ ਹੋਏਗੀ। ਹੁਣ ਦੱਸੋ P ਤੇ ਸਪੀਡ ਜ਼ਿਆਦਾ ਕਿ Q ਤੇ? P ਤੇ ਚੈੱਕ ਕਰਨਾ ਹੈ, ਟੈਂਜੈਂਟ ਡਰਾ ਕਰੋ। Q ਤੇ ਚੈੱਕ ਕਰਨੀ ਹੈ, ਟੈਂਜੈਂਟ ਡਰਾ ਕਰੋ। ਜਿਹਦਾ ਸਲੋਪ ਜ਼ਿਆਦਾ ਆ ਗਿਆ, ਜਿੱਥੇ ਸਲੋਪ ਜ਼ਿਆਦਾ ਆ ਗਿਆ ਉੱਥੇ ਵੈਲੋਸਿਟੀ ਜ਼ਿਆਦਾ ਹੈ। ਇਹਦਾ ਮਤਲਬ Q ਪੁਆਇੰਟ ਤੇ ਸਲੋਪ ਜ਼ਿਆਦਾ ਹੋਣ ਕਰਕੇ Q ਪੁਆਇੰਟ ਦੇ ਉੱਤੇ ਜਿਹੜੀ ਸਪੀਡ ਹੈ ਉਹ ਜ਼ਿਆਦਾ ਹੈ। ਇੱਥੇ ਹਰ ਇੱਕ ਪੁਆਇੰਟ ਤੇ ਵੱਖਰੇ ਵੱਖਰੇ ਪੁਆਇੰਟ ਦੇ ਉੱਪਰ ਆਪਾਂ ਸਪੀਡ ਨਿਕਾਲ ਸਕਦੇ ਹਾਂ ਤੇ ਉਸ ਸਪੀਡ ਨੂੰ ਅਸੀਂ ਲਿਖਦੇ ਹਾਂ dx/dt। ਇਹਨੂੰ ਬੋਲਦੇ ਹਾਂ ਇੰਸਟੈਂਟੇਨੀਅਸ ਸਪੀਡ, speed of a body at any time। It is called instantaneous speed, dx/dt, speed of a body at any instant of time। ਜਿਵੇਂ ਸਾਡਾ ਸਪੀਡੋਮੀਟਰ ਹੁੰਦਾ ਹੈ, ਜਿਹੜਾ ਸਾਡਾ ਐਕਟਿਵਾ ਤੇ ਸਾਡੇ ਮੋਟਰਸਾਈਕਲ ਕਾਰ ਦੇ ਵਿੱਚ ਜਿਹੜਾ ਮੀਟਰ ਲੱਗਾ ਹੁੰਦਾ ਹੈ ਜਿਹੜਾ ਸਾਨੂੰ ਸਪੀਡ ਬਾਰੇ ਜਾਣਕਾਰੀ ਦਿੰਦੇ ਉਹਨੂੰ ਬੋਲਦੇ ਹਾਂ ਸਪੀਡੋਮੀਟਰ। ਤੇ ਉਹ ਕੀ ਮੈਜ਼ਰ ਕਰਦਾ ਹੈ? ਇੰਸਟੈਂਟੇਨੀਅਸ ਸਪੀਡ ਬਾਰੇ ਸਾਨੂੰ ਉਹ ਜਾਣਕਾਰੀ ਦਿੰਦਾ ਹੈ। ਇਸੇ ਤਰੀਕੇ ਨਾਲ ਇੱਕ ਓਡੋਮੀਟਰ ਹੁੰਦਾ ਹੈ। ਓਡੋਮੀਟਰ ਸਾਨੂੰ ਡਿਸਟੈਂਸ ਬਾਰੇ ਜਾਣਕਾਰੀ ਦਿੰਦਾ ਹੈ। ਓਡੋਮੀਟਰ ਡਿਸਟੈਂਸ ਬਾਰੇ ਦੱਸਦਾ ਹੈ। ਤੇ ਜਿਹੜਾ ਦੂਸਰਾ ਹੈਗਾ ਸਾਡੇ ਕੋਲ ਡੈਟ ਗਿਵ ਦਾ ਇਨਫੋਰਮੇਸ਼ਨ ਅਬਾਊਟ ਸਪੀਡ ਆਫ ਬੋਡੀ। ਨਾਓ ਕੁਝ ਜਿਹੜੇ ਨੇ ਫਾਰਮੂਲੇ ਨੇ ਡਾਇਰੈਕਟ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਹੈ। ਉਹ ਕਾਦੇ ਬਾਰੇ ਨੇ? ਐਵਰੇਜ ਵੈਲੋਸਿਟੀ ਜਦੋਂ ਅਸੀਂ ਨਿਕਾਲਣੀ ਹੋਵੇ। ਐਵਰੇਜ ਵੈਲੋਸਿਟੀ ਨਿਕਾਲਣ ਦੇ ਕੁਝ ਫਾਰਮੂਲੇ ਨੇ ਜਿਹੜੇ ਤੁਸੀਂ ਆਪਣੇ ਮਾਈਂਡ ਵਿੱਚ ਹਮੇਸ਼ਾ ਯਾਦ ਰੱਖਣੇ ਆ। ਨੰਬਰ 1
मान लो कि साडे कोल बॉडी ट्रैवल डिफरेंट डिस्टेंस विद डिफरेंट स्पीड। जेकर डिस्टेंस S1 S2 S3 क्लियर ठीक है, S1 डिस्टेंस उन्हें V1 ना कवर किया, उन्हें V2 ना किया, उन्हें V3 ना किया, मतलब वक्रे वक्रे डिस्टेंस कवर किए वक्री वक्री स्पीड दे नाल। फिर साडा जिहड़ा है एवरेज वेलोसिटी निकालण दा या एवरेज स्पीड निकालण दा फार्मूला की है S1 प्लस S2, जिन्ने भी डिस्टेंस ने S1 प्लस S2 डिवाइडेड बाय S1 ओवर V1 S2 ओवर V2। ते जे एक होर है इत्थे 3 प्लस कर लियो, इट विल बी लाइक दिस। यह फार्मूला तां लगाना है एवरेज स्पीड कढण वास्ते या एवरेज वेलोसिटी कढण वास्ते, यह फार्मूला तां लगाना है जेकर डिफरेंट डिस्टेंस ने ते डिफरेंट वेलोसिटीज दे नाल कवर कीते गए ने। उसे तुसी यह फार्मूला जिहड़ा है तुसी डायरेक्टली अप्लाई कर सकते हो। दूसरा, इक्वल डिस्टेंस होन विद डिफरेंट स्पीड। हाँ जी, डिफरेंस, हाँ जी, इक्वल डिस्टेंस मतलब S1 S2 ए इक्वल ने, डिस्टेंस साडे इक्वल ने पर स्पीड जिहड़ी है वो वक्री वक्री है। एक स्पीड V1 है ते V2 ए इक्वल नहीं है। जिहड़े डिस्टेंस कवर कीते वो इक्वल ने, ठीक है, मतलब इक्वल ने, दोनों इक्वल कीदे ने S दे, पर आ स्पीड जिहड़ी है आपस इक्वल नहीं है। फिर असी एवरेज स्पीड कढण दा जिहड़ा साडे कोल फार्मूला है, इट विल बी 2V1 V2 ओवर V1 प्लस V2। इस तरह तुसी जिहड़ी है बॉडी दी एवरेज स्पीड जिहड़ी है वो निकाल सकते हो। हाँ जी, क्लियर? ए फार्मूला नोट कर लिया, इनू भी नोट करो। डिस्टेंस इक्वल, स्पीड वक्री वक्री। ए की है, डिस्टेंस भी इक्वल नहीं तो स्पीड भी जिहड़ी है इक्वल नहीं है। नाउ एक केस इस तो बाद नेक्स्ट की है, बॉडी हैविंग डिफरेंट स्पीड इन डिफरेंट टाइम इंटरवल। जेकर बॉडी दी डिफरेंट स्पीड है, स्पीड वक्री वक्री, तो ओदा जिहड़ा टाइम है वो भी साडा वक्रा वक्रा है। फिर एवरेज स्पीड निकालने दा फार्मूला, दैट विल बी इक्वल टू V1 T1 प्लस V2 T2 प्लस सो ऑन, जिन्ने भी होंगे डिवाइडेड बाय T1 प्लस T2 प्लस T3। हाँ जी, यह फार्मूला एवरेज स्पीड निकालने का कदों आएगा, जदों साडे कोल स्पीड गिवन होएगी ते टाइम दिते होंगे। क्लियर है? इन्ना स्पीड इन्ने टाइम च, इन्नी स्पीड इन्ने टाइम च, उदों एवरेज स्पीड कढनी होवे ते तुसी इस फॉर्मूले नूं नोट करके वो एवरेज स्पीड जिहड़ी है वो निकाल सकते हो। नाउ इस तो बाद साडे कोल जिहड़ा है पोजीशन टाइम ग्राफ तो बाद साडे कोल वेलोसिटी टाइम ग्राफ बारे आपां डिस्कस करांगे। वेलोसिटी टाइम ग्राफ, नाउ इट इज velocity time graph. If the graph is like this, ਹੁਣ ਤੁਸੀਂ ਭੁਲੇਖਾ ਨਹੀਂ ਖਾਣਾ ਕਿ ਆ ਤੇ ਪਹਿਲਾਂ ਹੀ ਬਣਾਇਆ ਪਰ ਉਹ ਬੇਟਾ x ਸੀਗਾ, ਉਹ ਪੋਜੀਸ਼ਨ ਟਾਈਮ ਗ੍ਰਾਫ ਹੈ। ਇਹ ਕਿਹੜਾ ਹੈ ਵੈਲੋਸਿਟੀ ਟਾਈਮ ਗ੍ਰਾਫ। ਮੰਨ ਲਓ ਇੱਥੇ 25 ਮੀਟਰ ਪਰ ਸੈਕਿੰਡ ਸਾਡੀ ਕੀ ਹੈਗੀ ਹੈ ਵੈਲੋਸਿਟੀ। ਨਾਓ ਦਿਸ ਇਜ਼ ਦਾ ਸਟ੍ਰੇਟ ਲਾਈਨ, ਇਹ ਬਿਲਕੁਲ ਸਟ੍ਰੇਟ ਲਾਈਨ ਹੈ ਟਾਈਮ ਐਕਸਿਸ ਦੇ ਪੈਰਲਲ। ਇਹਦਾ मतलब है कि वेलोसिटी साडी चेंज नहीं हो रही, टाइम वाधा पिया पर वेलोसिटी दी वैल्यू फिक्स है। यह ग्राफ कादे बारे हैगा, यूनीफॉर्म वेलोसिटी। दिस इज फॉर यूनीफॉर्म वेलोसिटी। जदों साडी यूनीफॉर्म मोशन चलेगी, यूनीफॉर्म वेलोसिटी एक सार रहेगी तो वो ग्राफ जिहड़ा आंदा है स्ट्रेट लाइन आएगा पैरेलल टू टाइम एक्सिस। नाउ इस ग्राफ का फायदा की है, याद करो, इस ग्राफ दे अंडर वेलोसिटी टाइम ग्राफ फॉर यूनीफॉर्म मोशन, ओदे अंडर जेड़ा एरिया हुंदा है, दैट एरिया इट गिव्स अस, ए एरिया सानू डिस्प्लेसमेंट बारे दसेगा। हाँ जी, डिस्प्लेसमेंट, एंड नोट करो कि डिस्प्लेसमेंट कित्थों निकाल सकते हैं, वेलोसिटी टाइम ग्राफ तो। किस तरह निकाल सकते हैं, जेड़ा वेलोसिटी टाइम ग्राफ है ओदे अंडर जेड़ा एरिया फाइंड कर लो, वो सानू डिस्प्लेसमेंट बारे दसेगा। ते एरिया किवें निकालोगे, इट इज जस्ट ए रेक्टेंगल।
ਹਾਂਜੀ ਰੈਕਟੈਂਗਲ ਦੇ ਏਰੀਆ ਤੁਹਾਨੂੰ ਪਤਾ ਹੀ ਹੈ ਲੈਂਥ ਨੂੰ ਬ੍ਰੈਡਥ ਨਾਲ ਮਲਟੀਪਲਾਈ ਕਰਦੇ ਹੋ ਇਹ ਨਿਊਮੈਰੀਕਲ ਦੇ ਵਿੱਚ ਗਿਵਨ ਹੋਏਗੀ ਆ ਲੈਂਥ ਕਿੰਨੀ ਹੈ ਜੀ ਆ ਕਿੰਨੀ ਹੈ ਦੋਨਾਂ ਨੂੰ ਮਲਟੀਪਲਾਈ ਕਰਕੇ ਤੁਸੀਂ ਏਰੀਆ ਫਾਈਂਡ ਕਰੋ ਜੋ ਏਰੀਆ ਆਏਗਾ ਉਹ ਸਾਨੂੰ ਜਿਹੜਾ ਹੈ ਡਿਸਪਲੇਸਮੈਂਟ ਬਾਰੇ ਜਿਹੜਾ ਹੈ ਉਹ ਜਾਣਕਾਰੀ ਦੇਗਾ